ਦੋ ਵੱਡੇ ਥੰਬ ਹਨ। ਸਤਿਗੁਰੂ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਨਿਰਗੁਣ ਦੇ ਸਿਮਰਨ ਅਤੇ ਸਰਗੁਣ ਦੀ ਸੇਵਾ ਵਿੱਚ ਜੋੜਿਆ ਹੈ। ਉਂਝ ਤਾਂ ਸੇਵਾ ਹਰੇਕ ਧਰਮ ਦੇ ਅੰਦਰ ਕਿਸੇ ਨਾ ਕਿਸੇ ਰੂਪ ਵਿੱਚ ਅਪਣਾਈ ਗਈ ਹੈ, ਪਰ ਜਿਹੜਾ ਰੁਤਬਾ, ਜਿਹੜੀ ਵਡਿਆਈ ਸੇਵਾ ਨੂੰ ਸਿੱਖ ਧਰਮ ਦੇ ਅੰਦਰ ਦਿੱਤੀ ਗਈ ਹੈ ਨਾ, ਉਹ ਹੋਰ ਕਿਸੇ ਧਰਮ ਦੇ ਅੰਦਰ ਨਹੀਂ ਦਿੱਤੀ ਗਈ। ਸੇਵਾ ਕੀ ਹੈ? ਪਰਉਪਕਾਰ ਅਤੇ ਪਰ ਸਵਾਰਥੀ ਬਿਰਤੀ ਦੇ ਨਾਲ ਕੀਤੇ ਹੋਏ ਕੰਮਾਂ ਦਾ ਨਾਮ ਸੇਵਾ ਹੈ। ਸਾਧ ਸੰਗਤ, ਸੇਵਾ ਸਾਡੇ ਅੰਦਰ ਨਿਮਰਤਾ ਪੈਦਾ ਕਰਦੀ ਹੈ। ਸੇਵਾ ਜਿਹੜਾ ਸ਼ਬਦ ਹੈ ਨਾ, ਇਹ ਉਪਕਾਰ ਦਾ ਹੀ ਰੂਪ ਹੈ, ਪਰ ਸਤਿਗੁਰੂ ਨੇ ਉਪਕਾਰ ਦੀ ਥਾਂ ਸੇਵਾ ਸ਼ਬਦ ਵਰਤਿਆ। ਕਿਉਂਕਿ ਉਪਕਾਰ ਸ਼ਬਦ ਜਿਹੜਾ ਉਹ ਸਾਡੇ ਅੰਦਰ ਕਿਤੇ ਨਾ ਕਿਤੇ ਹੋਮੈ ਤੇ ਅਹੰਕਾਰ ਪੈਦਾ ਕਰ ਦਿੰਦਾ ਹੈ, ਪਰ ਸੇਵਾ ਸਾਡੇ ਅੰਦਰ ਨੀਵਾਂਪਣ ਲੈ ਕਰਕੇ ਆਉਂਦੀ ਹੈ, ਨਿਮਰਤਾ ਲੈ ਕਰਕੇ ਆਉਂਦੀ ਹੈ। ਇਸ ਕਰਕੇ ਸਤਿਗੁਰਾਂ ਨੇ ਉਪਕਾਰ ਦੀ ਥਾਂ ਸ਼ਬਦ ਵਰਤਿਆ ਹੈ, ਸੇਵਾ। ਸਾਧ ਸੰਗਤ, ਇੱਕ ਫਾਰਸੀ ਦਾ ਆਲਮ ਲਿਖਦਾ ਹੈ ਕਿ ਸੇਵਾ ਮਨੁੱਖ ਨੂੰ ਬਹੁਤ ਅੱਗੇ ਲੈ ਜਾਂਦੀ ਹੈ। ਉਹ ਲਿਖਦਾ ਹੈ ਕਿ ਸੇਵਾ ਮਨੁੱਖ ਨੂੰ ਸਾਹਿਬ ਬਣਾ ਦਿੰਦੀ ਹੈ, ਮਨੁੱਖ ਨੂੰ ਮਾਲਕ ਬਣਾ ਦਿੰਦੀ ਹੈ। ਉਸ ਦਾ ਬਚਨ ਹੈ, ਹਰ ਕੇ ਖਿਦਮਤ ਕਰਦ ਉਹ ਮਖਦੂਮ ਸ਼ੁੱਧ। ਖਿਦਮਤ ਦਾ ਅਰਥ ਹੈ ਸੇਵਾ, ਮਖਦੂਮ ਦਾ ਅਰਥ ਹੈ ਮਾਲਕ, ਸਾਹਿਬ। ਜਿਸ ਨੇ ਦਿਲੋਂ ਸੇਵਾ ਕੀਤੀ ਉਹ ਮਾਲਕ ਬਣ ਗਿਆ, ਉਹ ਸਾਹਿਬ ਬਣ ਗਿਆ। ਔਰ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਨਾ ਗੁਰੂ ਸਾਹਿਬਾਨਾਂ ਦਾ, ਇਹ ਘਟਨਾ ਬਿਲਕੁਲ ਸੱਚੀ ਹੈ, ਇਹ ਗੱਲ ਬਿਲਕੁਲ ਸੱਚੀ ਹੈ। ਜਿਨ੍ਹਾਂ ਨੇ ਸੇਵਾ ਕੀਤੀ ਉਹ ਮਾਲਕ ਬਣ ਗਏ। ਭਾਈ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕੀਤੀ, ਹਉਮੈ ਤਿਆਗ ਕਰਕੇ ਸੇਵਾ ਕੀਤੀ। ਭਾਈ ਲਹਿਣਾ ਨੂੰ ਗੁਰੂ ਨਾਨਕ ਨੇ ਆਪਣਾ ਅੰਗ ਬਣਾ ਦਿੱਤਾ। ਸਤਿਗੁਰੂ ਨੇ ਕਹਿ ਦਿੱਤਾ ਹੁਣ ਇਹ ਮੇਰਾ ਅੰਗ ਹੈ, ਤੇ ਨਾਮ ਦੇ ਰੱਖ ਦਿੱਤਾ ਗੁਰੂ ਅੰਗਦ ਦੇਵ ਜੀ, ਕਿਉਂਕਿ ਸੇਵਾ ਸਫਲੀ ਹੋ ਗਈ, ਸੇਵਾ ਦਿਲੋਂ ਕੀਤੀ ਗਈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ। ਸੱਚੇ ਪਾਤਸ਼ਾਹ ਨੇ ਲੋਕ ਲਾਜ ਛੱਡ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ। ਲੋਕ ਕਹਿੰਦੇ ਸੀ ਇਹ ਅਮਰੋ ਨਿਥਾਵਾਂ ਹੈ, ਪਰ ਇਸ ਸੇਵਾ ਨੇ ਉਸ ਅਮਰੋ ਨਿਥਾਵੇਂ ਨੂੰ, ਬਾਬਾ ਅਮਰਦਾਸ ਮਹਾਰਾਜ ਜੀ ਨੂੰ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟੀਆਂ ਦੀ ਓਟ ਤੇ ਨਿਆਸਰਿਆਂ ਦਾ ਆਸਰਾ ਗੁਰੂ ਬਣਾ ਦਿੱਤਾ। ਗੁਰੂ ਅੰਗਦ ਦੇਵ ਮਹਾਰਾਜ ਨੇ ਕਹਿ ਦਿੱਤਾ, ਬਾਬਾ ਅਮਰਦਾਸ, ਲੋਕ ਤੁਹਾਨੂੰ ਅਮਰੋ ਨਿਥਾਵਾਂ ਕਹਿੰਦੇ ਹੋਣਗੇ, ਪਰ ਹੁਣ ਤੁਸੀਂ ਅਮਰੋ ਨਿਥਾਵੇਂ ਨਹੀਂ, ਹੁਣ ਤਾਂ ਤੁਸੀਂ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਬਣ ਗਏ ਹੋ, ਨਿਆਸਰਿਆਂ ਨੂੰ ਆਸ ਦੇਣ ਵਾਲੇ ਬਣ ਗਏ ਹੋ। ਹੁਣ ਤੁਸੀਂ ਨਿਓਟਿਆਂ ਨੂੰ ਟੇਕ ਦੇਣ ਵਾਲੇ ਹੋ, ਓਟ ਦੇਣ ਵਾਲੇ ਹੋ। ਸਾਧ ਸੰਗਤ, ਅਸੀਂ ਜੀਵਨ ਪੜ੍ਹਦੇ ਹਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ। ਆਪ ਸਾਰੇ ਜਾਣਦੇ ਹੋ, ਪਹਿਲਾ ਨਾਮ ਸੀ ਭਾਈ ਜੇਠਾ, ਤੇ ਭਾਈ ਜੇਠਾ ਜੀ ਬਚਪਨ ਦੇ ਅੰਦਰ ਯਤੀਮ ਹੋ ਗਏ। ਕਿਸੇ ਨੇ ਰੋਟੀ ਉਹ 2 ਵਕਤ ਦੀ ਨਹੀਂ ਸੀ ਦਿੱਤੀ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਾਅਦ ਵਿੱਚ ਲਿਖਿਆ ਵੀ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਉਸ ਭਾਈ ਜੇਠਾ ਜੀ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕੀਤੀ ਹੈ, ਲੋਕ ਲਾਜ ਛੱਡ ਕੇ ਸੇਵਾ ਕੀਤੀ ਹੈ। ਉਹ ਸੇਵਾ ਨੇ ਭਾਈ ਜੇਠਾ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਬਣਾ ਦਿੱਤਾ। ਭਾਈ ਸੱਤਾ ਤੇ ਬਲਵੰਡ ਜੀ ਨੇ ਇਹ ਗੱਲ ਬਾਣੀ ਦੇ ਅੰਦਰ ਦਰਜ ਕਰ ਦਿੱਤੇ, ਲਿਖ ਦਿੱਤੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਭਾਈ ਜੇਠਾ ਗੁਰੂ ਰਾਮਦਾਸ ਬਣ ਗਿਆ। ਗੁਰੂ ਪਿਆਰਿਓ, ਹਰ ਕੇ ਖਿਦਮਤ ਕਰਦ ਉਹ ਮਖਦੂਮ ਸ਼ੁੱਧ। ਜਿਸ ਨੇ ਸੇਵਾ ਕੀਤੀ ਉਹ ਮਾਲਕ ਬਣ ਗਿਆ, ਉਹ ਸਾਹਿਬ ਬਣ ਗਿਆ, ਉਹ ਪਾਤਸ਼ਾਹ ਬਣ ਗਿਆ। ਪਰ ਜਿਹੜਾ ਸੇਵਾ ਤੋਂ ਟੁੱਟਿਆ ਰਿਹਾ, ਜਿਹੜਾ ਆਪਣੇ ਅਹੰਕਾਰ ਦੇ ਅੰਦਰ ਰਿਹਾ, ਉਹ ਲਿਖਦਾ ਹਰ ਕੇ ਖੁਦਰਾ ਦੀਦ ਉਹ ਮਹਿਰੂਮ ਸ਼ੁੱਧ। ਮਹਿਰੂਮ ਦਾ ਅਰਥ ਹੈ ਖਾਲੀ। ਜਿਸ ਨੇ ਆਪਣੇ ਅੰਦਰ ਕੇਵਲ ਤੇ ਕੇਵਲ ਅਹੰਕਾਰ ਵਸਾ ਕਰਕੇ ਰੱਖਿਆ, ਗੁਰੂ ਪਿਆਰਿਓ, ਉਹ ਮਹਿਰੂਮ ਰਿਹਾ, ਉਹ ਖਾਲੀ ਰਿਹਾ, ਉਸ ਨੂੰ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੋ ਸਕੀ। ਸਾਧ ਸੰਗਤ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖ ਨੂੰ ਹਿਦਾਇਤ ਕਰ ਦਿੱਤੀ
ਕਹਿਣ ਲੱਗੇ ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁੜਾਈਐ। ਜਿਹੜਾ ਮਨੁੱਖ ਇਸ ਸੰਸਾਰ ਦੇ ਅੰਦਰ ਪਰਮਾਤਮਾ ਦੀ ਖਲਕਤ ਦੀ ਸੇਵਾ ਕਰੇਗਾ, ਗੁਰੂ ਪਿਆਰਿਓ, ਉਸ ਨੂੰ ਪਰਮਾਤਮਾ ਦੇ ਦਰ 'ਤੇ ਜਾ ਕਰ ਕੇ ਆਦਰ ਸਤਿਕਾਰ ਮਿਲੇਗਾ। ਉਸ ਦਾ ਮੁਖ ਉਜਲ ਹੋਏਗਾ, ਉਹ ਸੁਰਖਰੂ ਹੋਏਗਾ ਜਿਹੜਾ ਖਲਕਤ ਦੀ ਸੇਵਾ ਕਰੇਗਾ। ਮੈਂ ਇੱਕ ਵਿਦਵਾਨ ਦਾ ਕਥਨ ਆਪ ਜੀ ਦੇ ਸਨਮੁਖ ਰੱਖ ਦੇਵਾਂ। ਇੱਕ ਵਿਦਵਾਨ ਲਿਖਦਾ ਹੈ ਕਿ ਖਲਕਤ ਦੀ ਸੇਵਾ ਹੀ ਅਸਲ ਵਿੱਚ ਪਰਮਾਤਮਾ ਦੀ ਭਗਤੀ ਹੈ। ਜੇ ਪਰਮਾਤਮਾ ਦਾ ਪਿਆਰ ਪਾਉਣਾ ਚਾਹੁੰਦੇ ਹੋ ਨਾ, ਤੇ ਪਰਮਾਤਮਾ ਦੀ ਪੈਦਾ ਕੀਤੀ ਹੋਈ ਖਲਕਤ ਦੀ ਸੇਵਾ ਕਰੋ। ਜੇ ਪਰਮਾਤਮਾ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਤੇ ਪਰਮਾਤਮਾ ਦੀ ਪੈਦਾ ਕੀਤੀ ਹੋਈ ਖਲਕਤ ਨੂੰ ਕਦੇ ਵੀ ਪਰੇਸ਼ਾਨ ਨਾ ਕਰੋ। ਕਿਉਂਕਿ ਬਾਬਾ ਸ਼ੇਖ ਫਰੀਦ ਜੀ ਨੇ ਵੀ ਆਖ ਦਿੱਤਾ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੀ। ਪਰਮਾਤਮਾ ਦੀ ਪੈਦਾ ਕੀਤੀ ਹੋਈ ਇੱਕ ਖਲਕਤ ਹੈ, ਤੇ ਇਸ ਖਲਕਤ ਦੇ ਅੰਦਰ ਹੀ ਉਹ ਖਾਲਕ ਵਸਦਾ ਹੈ, ਪਰਮਾਤਮਾ ਵਸਦਾ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੀ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੀ। ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ। ਸਾਧ ਸੰਗਤ, ਪਰਮਾਤਮਾ ਨੂੰ ਜੇ ਖੁਸ਼ ਕਰਨਾ ਹੈ ਨਾ, ਤਾਂ ਫਿਰ ਅਸੀਂ ਕਦੇ ਵੀ ਉਸ ਦੀ ਖਲਕਤ ਨੂੰ ਪਰੇਸ਼ਾਨ ਨਾ ਕਰੀਏ। ਇੱਕ ਵਿਦਵਾਨ ਲਿਖਦਾ ਹੈ ਕਿ ਜੇ ਬੰਦਗੀ ਕਰਨ ਵਾਲਾ ਬੰਦਗੀ ਤਾਂ ਕਰਦਾ ਹੈ, ਪਰ ਉਸ ਦੀ ਬੰਦਗੀ ਉਦੋਂ ਤੱਕ ਸਫਲੀ ਨਹੀਂ ਹੋ ਸਕਦੀ ਜਦੋਂ ਤੱਕ ਉਹ ਪਰਮਾਤਮਾ ਦੇ ਨਾਲ ਤਾਂ ਚੰਗਾ ਹੈ, ਪਰ ਪਰਮਾਤਮਾ ਦੀ ਪੈਦਾ ਕੀਤੀ ਹੋਈ ਖਲਕਤ ਦੇ ਨਾਲ ਉਹ ਮਾੜਾ ਕਰਦਾ ਹੈ। ਪਰਮਾਤਮਾ ਨੂੰ ਤਾਂ ਖੁਸ਼ ਕਰਨਾ ਚਾਹੁੰਦਾ ਹੈ, ਪਰ ਪਰਮਾਤਮਾ ਦੀ ਪੈਦਾ ਕੀਤੀ ਹੋਈ ਖਲਕਤ ਨੂੰ ਪਰੇਸ਼ਾਨ ਕਰਦਾ ਹੈ। ਬੰਦਗੀ ਕਰਨ ਵਾਲੇ ਦੀ ਬੰਦਗੀ ਉਦੋਂ ਤੱਕ ਸਫਲੀ ਨਹੀਂ ਹੋ ਸਕਦੀ ਜਦੋਂ ਤੱਕ ਬੰਦਗੀ ਕਰਨ ਵਾਲਾ ਮਨੁੱਖ ਪਰਮਾਤਮਾ ਨੂੰ ਤਾਂ ਭੋਗ ਲਾਉਂਦਾ ਹੈ, ਪਰ ਪਰਮਾਤਮਾ ਦੀ ਪੈਦਾ ਕੀਤੀ ਹੋਈ ਖਲਕਤ ਨੂੰ ਭੁੱਖਾ ਮਾਰਦਾ ਹੈ, ਉਹਨਾਂ ਦਾ ਹੱਕ ਮਾਰਦਾ ਹੈ। ਬੰਦਗੀ ਕਰਨ ਵਾਲੇ ਦੀ ਬੰਦਗੀ ਉਦੋਂ ਤੱਕ ਸਫਲੀ ਨਹੀਂ ਹੋ ਸਕਦੀ ਜਦੋਂ ਤੱਕ ਉਹ ਪਰਮਾਤਮਾ ਅੱਗੇ ਤਾਂ ਝੁਕਦਾ ਹੈ ਤੇ ਪਰਮਾਤਮਾ ਦੀ ਪੈਦਾ ਕੀਤੀ ਹੋਈ ਖਲਕਤ ਦੇ ਸਾਹਮਣੇ ਆਕੜ ਕੇ ਖੜਾ ਹੋ ਜਾਂਦਾ ਹੈ। ਜਿਹੜਾ ਪਰਮਾਤਮਾ ਦੇ ਅੱਗੇ ਤਾਂ ਪ੍ਰਾਰਥਨਾਵਾਂ ਕਰਦਾ ਹੈ, ਮਿੱਠੇ ਬਚਨ ਬੋਲਦਾ ਹੈ, ਪਰ ਪਰਮਾਤਮਾ ਦੀ ਪੈਦਾ ਕੀਤੀ ਹੋਈ ਖਲਕਤ ਦੇ ਨਾਲ ਕੁਬੋਲ ਬੋਲਦਾ ਹੈ, ਉਹਨਾਂ ਨੂੰ ਮਾੜਾ ਬੋਲਦਾ ਹੈ, ਉਦੋਂ ਤੱਕ ਬੰਦਗੀ ਸਫਲੀ ਨਹੀਂ ਹੋ ਸਕਦੀ। ਸਾਧ ਸੰਗਤ, ਅਸਲ ਵਿੱਚ ਖਲਕਤ ਦੀ ਜਿਹੜੀ ਸੇਵਾ ਹੈ ਨਾ, ਇਹੀ ਪਰਮਾਤਮਾ ਦੀ ਭਗਤੀ ਹੈ, ਪਰਮਾਤਮਾ ਦੀ ਸੇਵਾ ਹੈ। ਪਰ ਸੇਵਾ ਕਰਨੀ ਕਿਵੇਂ ਹੈ? ਸਤਿਗੁਰੂ ਦੀ ਬਾਣੀ ਵਿੱਚੋਂ ਇੱਕ ਬਚਨ ਰੱਖ ਕੇ ਮੈਂ ਅੱਗੇ ਤੁਰਾਂਗਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਖਦੇ ਨੇ, ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਬ ਕਰੇ। ਜਿਵੇਂ ਹਾਥੀ ਆਪਣਾ ਸਿਰ ਕੁੰਡੇ ਦੇ ਸਾਹਮਣੇ ਰੱਖ ਦਿੰਦਾ ਹੈ, ਜਿਵੇਂ ਅਹਰਣ ਆਪਣਾ ਸਿਰ ਦੇ ਦਿੰਦੀ ਹੈ, ਸਜਣਾ ਬਿਲਕੁਲ ਇਉਂ ਤੂੰ ਆਪਣਾ ਮਨ ਅਤੇ ਤਨ ਗੁਰੂ ਦੇ ਅੱਗੇ ਰੱਖ ਕੇ ਉਬੀ ਸੇਬ ਕਰੇ। ਉਬੇ ਦਾ ਅਰਥ ਹੈ ਸੁਚੇਤ ਹੋ ਕਰਕੇ, ਸੁਚੇਤ ਹੋ ਕਰਕੇ, ਸਾਵਧਾਨ ਹੋ ਕਰਕੇ, ਅਹੰਕਾਰ ਤਿਆਗ ਕਰਕੇ ਤੂੰ ਖਲਕਤ ਦੀ ਸੇਵਾ ਕਰ। ਗੁਰੂ ਦਾ ਉਪਦੇਸ਼ ਸੁਣ ਕੇ, ਗੁਰੂ ਦੀ ਗੱਲ ਮੰਨ ਕੇ ਤੂੰ ਸੇਵਾ ਕਰ। ਤੇ ਸੇਵਾ ਕਿਸੇ ਮਨੁੱਖ ਨੂੰ ਖੁਸ਼ ਕਰਨ ਵਾਸਤੇ ਨਹੀਂ ਜੇ ਕਰਨੀ। ਸੇਵਾ ਕਰਨੀ ਕਿਉਂ ਹੈ? ਸਤਿਗੁਰੂ ਨੂੰ ਖੁਸ਼ ਕਰਨ ਵਾਸਤੇ। ਜੇ ਸਤਿਗੁਰੂ ਨੂੰ ਖੁਸ਼ ਕਰਨ ਵਾਸਤੇ ਸੇਵਾ ਕਰੇਗਾ ਤੇ ਤੇਰੀ ਸੇਵਾ ਜਿਹੜੀ ਹੈ ਉਹ ਸਫਲੀ ਹੋਵੇਗੀ। ਸਾਧ ਸੰਗਤ, ਮਹਾਰਾਜਾ ਆਲਾ ਸਿੰਘ, ਪਟਿਆਲੇ ਦੇ ਰਾਜਾ ਬਾਬਾ ਆਲਾ ਸਿੰਘ, ਉਹ ਬੜੀ ਸੇਵਾ ਗੁਰੂ ਘਰ ਦੇ ਅੰਦਰ ਕਰਦੇ ਸਨ। ਇੱਕ ਦਿਨ ਬਾਬਾ ਆਲਾ ਸਿੰਘ ਤੇ ਉਹਨਾਂ ਦੀ ਸੁਪਤਨੀ ਮਹਾਰਾਣੀ ਫਤਿਹ ਕੌਰ ਦੋਵੇਂ ਗੁਰੂ ਦੇ ਲੰਗਰ ਦੇ ਅੰਦਰ ਸੇਵਾ ਕਰਦੇ ਪਏ ਨੇ। ਬਾਬਾ ਆਲਾ ਸਿੰਘ ਪ੍ਰਸ਼ਾਦੇ ਵਰਤਾਉਣ ਦੀ ਸੇਵਾ ਕਰਦੇ ਨੇ ਤੇ ਮਾਤਾ ਫਤਿਹ ਕੌਰ ਦਾਲਾਂ ਵਰਤਾਉਣ ਦੀ ਸੇਵਾ ਕਰਦੇ ਪਏ ਹਨ। ਜਦੋਂ ਮਾਤਾ ਫਤਿਹ ਕੌਰ ਦਾਲਾਂ ਵਰਤਾਉਂਦੇ ਪਏ ਹਨ ਤਾਂ ਇੱਕ ਸਿੰਘ ਨੇ ਆਖ ਦਿੱਤਾ, ਮਾਤਾ ਜੀ ਅੱਜ ਦਾਲਾਂ ਕੰਮ ਦਾ ਨਹੀਂ ਬਣਿਆ, ਮੈਂ ਇਸ ਦਾ ਕੀ ਕਰਾਂ? ਮਾਤਾ ਫਤਿਹ ਕੌਰ ਨੂੰ ਗੁੱਸਾ ਆਇਆ ਤੇ ਕਹਿਣ ਲੱਗੀ, ਮੇਰੇ ਸਿਰ ਵਿੱਚ ਪਾ ਦੇ। ਸਿੰਘ ਨੇ ਬਾਟਾ ਚੁੱਕਿਆ ਤੇ ਬਾਟਾ ਚੁੱਕ ਕਰਕੇ ਮਾਤਾ ਦੇ ਸਿਰ ਵਿੱਚ ਉਹ ਦਾਲਾ ਪਾ ਦਿੱਤਾ। ਮਾਤਾ ਨੂੰ ਬੜਾ ਗੁੱਸਾ ਆਇਆ
ਤੇ ਜਾ ਕਰਕੇ ਮਹਾਰਾਜਾ ਨੂੰ ਸ਼ਿਕਾਇਤ ਕੀਤੀ, ਮਹਾਰਾਜਾ ਫਲਾਣੇ ਸਿੰਘ ਨੇ ਦਾਲ ਦਾ ਬਾਟਾ ਮੇਰੇ ਸਿਰ ਦੇ ਅੰਦਰ ਪਾ ਦਿੱਤਾ ਹੈ। ਮਹਾਰਾਜਾ ਨੇ ਸਿੰਘ ਨੂੰ ਬੁਲਾਇਆ ਤੇ ਸਿੰਘ ਦੇ ਸਾਹਮਣੇ ਮਹਾਰਾਣੀ ਨੂੰ ਪੁੱਛਿਆ, ਗੱਲ ਕਿੱਥੋਂ ਸ਼ੁਰੂ ਹੋਈ ਸੀ? ਮਹਾਰਾਣੀ ਕਹਿਣ ਲੱਗੀ, ਮਹਾਰਾਜਾ ਇਹ ਸਿੰਘ ਕਹਿੰਦਾ ਸੀ ਕਿ ਦਾਲਾ ਕੰਮ ਦਾ ਨਹੀਂ ਬਣਿਆ, ਮੈਂ ਇਸ ਦਾ ਕੀ ਕਰਾਂ? ਮੈਂ ਇਸ ਨੂੰ ਆਖ ਦਿੱਤਾ ਕਿ ਮੇਰੇ ਸਿਰ ਵਿੱਚ ਪਾ ਦੇ, ਤੇ ਇਸ ਸਿੰਘ ਨੇ ਸੱਚੀ ਮੁੱਚੀ ਉਹ ਦਾਲ ਦਾ ਬਾਟਾ ਜਿਹੜਾ ਉਹ ਮੇਰੇ ਸਿਰ ਵਿੱਚ ਪਾ ਦਿੱਤਾ। ਮਹਾਰਾਜਾ ਕਹਿਣ ਲੱਗੇ, ਮਹਾਰਾਣੀ ਗਲਤੀ ਤੇਰੀ ਹੈ, ਸਿੰਘ ਦੀ ਗਲਤੀ ਨਹੀਂ, ਖਾਲਸੇ ਤੋਂ ਜੋ ਤੂੰ ਮੰਗਿਆ ਉਹ ਤੈਨੂੰ ਪ੍ਰਾਪਤ ਹੋ ਗਿਆ। ਗੁਰੂ ਪਿਆਰਿਓ, ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜਦੋਂ ਵੀ ਅਸੀਂ ਸੇਵਾ ਕਰੀਏ ਨਾ, ਨਿਮਰਤਾ ਭਾਵ ਲੈ ਕਰਕੇ ਸੇਵਾ ਕਰੀਏ, ਅਹੰਕਾਰ ਨੂੰ ਤਿਆਗ ਕਰਕੇ ਸੇਵਾ ਕਰੀਏ। ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ। ਸੁਚੇਤ ਹੋ ਕਰਕੇ ਸੇਵਾ ਕਰਨੀ ਹੈ। ਸੇਵਾ ਕਰਦਿਆਂ ਹੋਇਆਂ ਇੱਕ ਗੱਲ ਚੇਤੇ ਰੱਖਣਾ, ਤਾਂ ਸੇਵਾ ਸਫਲੀ ਹੋ ਸਕਦੀ ਹੈ। ਉਹ ਕੀ ਹੈ ਕਿ ਜਦੋਂ ਅਸੀਂ ਸੇਵਾ ਕਰਦੇ ਪਏ ਹਾਂ ਨਾ, ਤੇ ਸੇਵਾ ਕਰਨ ਵਾਲੇ ਨੂੰ ਗਰੀਬ ਨਾ ਸਮਝੀਏ, ਸੇਵਾ ਕਰਨ ਵਾਲੇ ਨੂੰ ਮਜਬੂਰ ਨਾ ਸਮਝੀਏ। ਤੇ ਜਦੋਂ ਅਸੀਂ ਸੇਵਾ ਕਰਨ ਵਾਲੇ ਨੂੰ ਮਜਬੂਰ ਸਮਝਾਂਗੇ, ਗਰੀਬ ਸਮਝਾਂਗੇ, ਤੇ ਕਿਤੇ ਨਾ ਕਿਤੇ ਸਾਡੇ ਮਨ ਦੇ ਅੰਦਰ ਦਾਤਾ ਵਾਲਾ ਜਿਹੜਾ ਸੁਭਾਵ ਹੈ ਨਾ, ਦਾਤਾ ਵਾਲਾ ਗੁਣ ਪੈਦਾ ਹੋ ਜਾਏਗਾ, ਪ੍ਰਗਟ ਹੋ ਜਾਏਗਾ। ਇਸ ਕਰਕੇ ਜਦੋਂ ਸੇਵਾ ਕਰੀਏ ਤੇ ਸੇਵਾ ਕਰਨ ਵਾਲੇ ਦੀ, ਜਿਸ ਦੀ ਅਸੀਂ ਸੇਵਾ ਕਰਦੇ ਪਏ ਹਾਂ, ਉਸ ਨੂੰ ਰੱਬ ਦਾ ਰੂਪ ਸਮਝੀਏ। ਜਦੋਂ ਰੱਬ ਦਾ ਰੂਪ ਸਮਝ ਕੇ ਸੇਵਾ ਕਰਾਂਗੇ, ਫਿਰ ਸਾਡੇ ਅੰਦਰ ਕਦੇ ਵੀ ਅਹੰਕਾਰ ਨਹੀਂ ਰਹਿ ਸਕਦਾ। ਇਹ ਸੇਵਾ ਜਿਹੜੀ ਹੈ ਸਾਡੇ ਅੰਦਰ ਨਿਮਰਤਾ ਪੈਦਾ ਕਰ ਦੇਗੀ, ਤੇ ਸੇਵਾ ਹਮੇਸ਼ਾ ਬਿਨਾਂ ਵਿਤਕਰੇ ਤੋਂ ਕਰਨੀ ਹੈ। ਕਦੇ ਇਹ ਨਹੀਂ ਦੇਖਣਾ ਇਹ ਅਮੀਰ ਹੈ, ਇਹ ਗਰੀਬ ਹੈ, ਇਹ ਮੇਰਾ ਆਪਣਾ ਹੈ, ਇਹ ਪਰਾਇਆ ਹੈ। ਬਿਲਕੁਲ ਇਹ ਨਹੀਂ ਵਿਤਕਰਾ ਰੱਖਣਾ। ਬਿਨਾਂ ਵਿਤਕਰੇ ਤੋਂ ਅਗਲੇ ਬੰਦੇ ਨੂੰ, ਜਿਸ ਦੀ ਅਸੀਂ ਸੇਵਾ ਕਰਦੇ ਪਏ ਹਾਂ, ਉਸ ਨੂੰ ਰੱਬ ਜਾਣ ਕੇ ਸੇਵਾ ਕਰੀਏ, ਤਾਂ ਇਹ ਸੇਵਾ